ਪਿਆਰੇ ਵਿਦਿਆਰਥੀਓ, ਕੱਲ੍ਹ ਆਪਾਂ ਕਵਿਤਾ ਬਾਰੇ ਗੱਲਾਂ ਕੀਤੀਆਂ ਸੀ। ਪਿਛਲੇ ਕੁਝ ਦਿਨਾਂ ਤੋਂ ਆਪਾਂ ਸੁਰਜੀਤ ਪਾਤਰ ਦੀ ਕਿਤਾਬ ਸੁਰ ਜ਼ਮੀਨ ਬਾਰੇ ਗੱਲਾਂ ਕਰ ਰਹੇ ਹਾਂ। ਕੱਲ੍ਹ ਆਪਾਂ ਇੱਕ ਗਜ਼ਲ ਦੇ ਉੱਪਰ ਧਿਆਨ ਕੇਂਦਰਿਤ ਕਰਿਆ ਸੀ। ਅੱਜ ਆਪਾਂ ਇੱਕ ਸ਼ੇਅਰ ਦੇ ਉੱਤੇ ਧਿਆਨ ਕੇਂਦਰਿਤ ਕਰਾਂਗੇ ਕਿ ਇੱਕੋ ਸ਼ੇਅਰ ਦੇ ਵੱਖ-ਵੱਖ ਪਸਾਰਾਂ ਨੂੰ ਆਪਾਂ ਪਕੜਨ ਦੀ ਕੋਸ਼ਿਸ਼ ਕਰਾਂਗੇ। ਅਸਲ ਦੇ ਵਿੱਚ ਇਹ ਜਿਹੜੀ ਕੋਈ ਵੀ ਕਵਿਤਾ ਦੀ ਪੰਕਤੀ ਆਪਣੇ ਆਪ ਦੇ ਵਿੱਚ ਸੁਤੰਤਰ ਨਹੀਂ ਹੁੰਦੀ, ਉਹ ਆਪਣੀਆਂ ਹੋਰ ਪੰਕਤੀਆਂ ਨਾਲ ਅਤੇ ਗਜ਼ਲ ਦਾ ਵੀ ਕੋਈ ਸ਼ੇਅਰ ਚਾਹੇ ਰੂਪਕ ਪੱਖੋਂ ਦੂਸਰੀਆਂ ਗਜ਼ਲ ਦੇ ਸ਼ੇਅਰਾਂ ਨਾਲ ਜੁੜਿਆ ਹੋਵੇ, ਚਾਹੇ ਉਹ ਆਪਣੇ ਤੋਂ ਬਾਹਰ ਸਮਾਜਿਕ ਯਥਾਰਥ ਨਾਲ ਜੁੜਿਆ ਹੋਵੇ, ਉਹਦੇ ਬਹੁਤ ਸਾਰੇ ਪ੍ਰਸੰਗ ਹੁੰਦੇ ਆ। ਪਰ ਜਦੋਂ ਅਸੀਂ ਕਵਿਤਾ ਨੂੰ ਸਮਝਣਾ ਹੁੰਦਾ ਤਾਂ ਉਦੋਂ ਸਾਨੂੰ ਉਹ ਤਰੀਕਾ ਹੈ ਇੱਕ ਕਿ ਅਸੀਂ ਮੈਕਰੋ ਲੈਵਲ 'ਤੇ ਪੜ੍ਹੀਏ ਜਾਂ ਮਾਈਕਰੋ ਲੈਵਲ 'ਤੇ ਪੜ੍ਹੀਏ। ਸਾਰੇ ਸਾਹਿਤ ਨੂੰ ਇਕੱਠਾ ਪੜ੍ਹਨ ਦੀ ਕੋਸ਼ਿਸ਼ ਕਰੀਏ, ਉਹਦੇ ਬਾਰੇ ਕੋਈ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੀਏ, ਜਾਂ ਅਸੀਂ ਇੱਕ ਸ਼ੇਅਰ ਦੇ ਉੱਤੇ ਧਿਆਨ ਕੇਂਦਰਿਤ ਕਰੀਏ। ਪਾਠ ਕੇਂਦਰਿਤ ਆਲੋਚਨਾ ਹੈ ਜਿਹੜੀ, ਉਹ ਜ਼ਿਆਦਾ ਧਿਆਨ ਸਿਰਫ ਪਾਠ 'ਤੇ ਕੇਂਦਰ ਕਰਦੀ ਆ, ਇੱਕ ਲਾਈਨ 'ਤੇ ਕੇਂਦਰ ਕਰਦੀ ਹੈ। ਅੱਜ ਜਿਹੜਾ ਤੁਹਾਡੇ ਨਾਲ ਮੈਂ ਗਜ਼ਲ ਸ਼ੇਅਰ ਕਰੂੰਗਾ, ਪਹਿਲਾਂ ਪੂਰੀ ਗਜ਼ਲ ਪੜ੍ਹਾਂਗੇ, ਫਿਰ ਉਸ ਗਜ਼ਲ ਵਿੱਚ ਇੱਕ ਸ਼ੇਅਰ 'ਤੇ ਧਿਆਨ ਕੇਂਦਰਿਤ ਕਰਾਂਗੇ। ਤਾਂ ਉਹ ਆਪਾਂ ਪਹਿਲਾਂ ਗਜ਼ਲ ਜਿਹੜੀ ਹੈਗੀ ਆ ਉਹ ਪੜ੍ਹਦੇ ਹਾਂ। ਜੋ ਮੈਂ ਕੱਲ੍ਹ ਸਮਾਨ ਡਿੱਗਦਾ, ਤਾਰੇ ਟੁੱਟਦੇ, ਚੰਨ ਬੁਝਦਾ ਦੇਖਿਆ ਹੈ। ਮੈਂ ਤੈਨੂੰ ਰੋਜ਼ ਹੁੰਦੇ ਦੂਰ ਜਾਂਦਾ, ਗੈਰ ਬਣਦਾ ਦੇਖਿਆ ਹੈ। ਕਈ ਗਰਜਾਂ ਦੀਆਂ ਗੰਢਾਂ, ਕਈ ਲੁਕਵੇਂ ਜੇ ਹਉਮੈ ਦੇ ਟਾਂਕੇ, ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ। ਤੂੰ ਜਿਸ ਨੂੰ ਖਾਕ ਅੰਦਰ ਸੁੱਟਿਆ ਸੀ, ਰੁਲ ਗਿਆ ਹੈ, ਸਮਝਿਆ ਸੀ ਕਿ ਉਹ ਤਾਂ ਬੀਜ ਸੀ। ਅੱਜ ਆਪ ਉਸ ਨੂੰ ਮੈਂ ਬਣ ਕੇ ਫੁੱਲ ਖਿੜਿਆ ਦੇਖਿਆ ਹੈ। ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ, ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦੇ ਦੇਖਿਆ ਹੈ। ਜਿਹੜੇ ਸ਼ੇਅਰ ਦੇ ਵੱਲ ਤੁਹਾਡੀ ਤਵੱਜੋ ਚਾਹੁੰਦੇ ਆ, ਜਿਹੜੀ ਸ਼ੇਅਰ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਨਾ ਹੈ, ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ, ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦੇ ਵੇਖਿਆ ਹੈ। ਤੁਹਾਡੇ ਵਾਸਤੇ ਜੋ ਕੁਝ ਨਹੀਂ ਦੀਵੇ ਨੇ, ਜੁਗਨੂ ਨੇ, ਮੈਂ ਤਾਂ ਸਿਰਫ ਉਸ ਨੂੰ ਉਹਦੀ ਨਿੱਕੀ ਜਿਹੀ ਦੁਨੀਆ 'ਚ ਸੂਰਜ ਵਾਂਗ ਜਗਦੇ ਦੇਖਿਆ ਹੈ। ਹੁਣ ਆਪਾਂ ਇਸ ਸ਼ੇਅਰ ਦੇ ਜਿਸ ਗਜ਼ਲ ਦੇ ਉੱਤੇ ਆਪਾਂ ਚਾਹੁੰਦੇ ਹਾਂ ਕਿ ਜਿਸ ਸ਼ੇਅਰ ਦੇ ਉੱਤੇ ਆਪਾਂ ਚਾਹੁੰਦੇ ਹਾਂ ਇਸ ਗਜ਼ਲ ਦੇ ਕਿ ਧਿਆਨ ਕੇਂਦਰਿਤ ਕੀਤਾ ਜਾਵੇ, ਉਹ ਆਪਾਂ ਦੁਬਾਰਾ ਪੜ੍ਹਦੇ ਹਾਂ। ਤਾਂ ਫਿਰ ਆਪਾਂ ਕਾਫੀ ਜਿਹੜੇ ਪ੍ਰਸ਼ਨ ਨੇ, ਕਾਫੀ ਜਿਹੜੀਆਂ ਗੱਲਾਂ ਉਹ ਕਰਨ ਦੇ ਯੋਗ ਹੋਵਾਂਗੇ। ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ, ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦੇ ਵੇਖਿਆ ਹੈ। ਹੁਣ ਆਮ ਕਰਕੇ ਕਿਹਾ ਜਾਂਦਾ ਹੈ ਕਿ ਕੋਈ ਵੀ ਜਿਹੜੀ ਗਜ਼ਲ ਹੁੰਦੀ ਆ, ਗਜ਼ਲ ਦੇ ਵਿੱਚ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਪੁਰਾਣੀ ਜਿਹੜੀ ਪਰੰਪਰਕ ਗਜ਼ਲ ਆ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਸ਼ੇਅਰ ਦੇ ਵਿੱਚੋਂ ਸਾਨੂੰ ਉਸ ਦੇ ਉਚਾਰਨ ਵਾਲੇ ਦਾ ਜਾਂ ਜਿਸ ਨੂੰ ਉਹ ਸ਼ੇਅਰ ਸੰਬੋਧਨ, ਉਸ ਦੇ ਲਿੰਗ ਦਾ ਨਹੀਂ ਪਤਾ ਲੱਗਣਾ ਚਾਹੀਦਾ ਕਿ ਔਰਤ ਨੇ ਮਰਦ ਨੂੰ ਕਿਹਾ ਜਾਂ ਮਰਦ ਨੇ ਔਰਤ ਨੂੰ ਕਿਹਾ, ਆਸ਼ਕ ਨੇ ਮਸ਼ੂਕ ਨੂੰ ਕਿਹਾ ਜਾਂ ਮਸ਼ੂਕ ਨੇ ਔਰਤ ਨੂੰ ਕਿਹਾ। ਪਰ ਇਹ ਪਰੰਪਰਕ ਪਾਬੰਦੀ ਸੀਗੀ। ਜਿਹੜੀ ਆਧੁਨਿਕ ਗਜ਼ਲ ਆ, ਜਿਹਨੂੰ ਜਦੀਦ ਗਜ਼ਲ, ਮਾਡਰਨ ਗਜ਼ਲ ਹੈਗੀ ਆ, ਉਸ ਵਿੱਚ ਨਾ ਤਾਂ ਇਸ ਪਾਬੰਦੀ ਨੂੰ ਯੋਗ ਸਮਝਿਆ ਜਾਂਦਾ ਅਤੇ ਨਾ ਹੀ ਇਹ ਪਾਬੰਦੀ ਨਿਭਾਈ ਜਾਂਦੀ ਆ, ਸਗੋਂ ਇਸ ਦਾ ਜਿਹਨੂੰ ਕਹਿੰਦੇ ਆ ਉਲੰਘਣ ਕੀਤਾ ਜਾਂਦਾ ਹੈ। ਤਾਂ ਪੁਰਾਣੇ ਜਿਹੜੇ ਸਾਡੇ ਗਜ਼ਲਕਾਰ ਆ, ਉਹ ਤਾਂ ਜਿਹਨੂੰ ਕਹਿੰਦੇ ਆ ਚੁੰਨੀ, ਪੱਗ, ਦੁਪੱਟਾ, ਜ਼ੁਲਫ, ਇਹਨਾਂ ਸ਼ਬਦਾਂ ਦਾ ਪ੍ਰਯੋਗ ਨਹੀਂ ਸੀ ਕਰਦੇ ਕਿ ਇਹਦੇ ਤੋਂ ਲਿੰਗ ਨਿਰਧਾਰਿਤ ਹੋ ਜਾਂਦਾ ਹੈ ਕਿ ਕੌਣ ਕਿਹਨੂੰ ਕੋਈ ਗੱਲ ਕਹਿ ਰਿਹਾ। ਪਰ ਅੱਜ ਤਾਂ ਅਸੀਂ ਵਿਆਕਰਣਕ ਤੌਰ 'ਤੇ ਜਦੋਂ ਇਸ ਸ਼ੇਅਰ ਨੂੰ ਜੇ ਅਸੀਂ ਦੁਬਾਰਾ ਪੜ੍ਹੀਏ, ਇਸ ਸ਼ੇਅਰ ਨੂੰ ਆਪਾਂ ਦੁਬਾਰਾ ਪੜ੍ਹਦੇ ਹਾਂ,
कि सिर्फ मैं ही रही हाँ उम्र भर सरदल दे लागे बुत बन के। मैं अपने दिल नूं तां इस घर चों लखां वार भजदे देखिया है। सिर्फ मैं ही रही हाँ, ਜਦੋਂ ਇਹਦੇ 'ਚ ਸ਼ਬਦ ਰਹੀ ਹਾਂ ਆ ਜਾਂਦਾ ਹੈ ਤਾਂ ਸਪਸ਼ਟ ਆ ਕਿ ਇਹ ਔਰਤ ਕਹਿ ਰਹੀ ਹੈ। ਤੇ ਔਰਤ ਕਹਿ ਕੀ ਰਹੀ ਹੈ ਕਿ ਇਹ ਮੈਂ ਹੀ ਰਹੀ ਹਾਂ। ਕਿੱਥੇ ਰਹੀ ਹਾਂ? ਸਰਦਲ ਦੇ ਕੋਲੇ ਬੁੱਤ ਬਣ ਕੇ, ਸਰਦਲ ਦੇ ਕੋਲੇ ਬੁੱਤ ਬਣ ਕੇ। ਤੇ ਜਿਹੜਾ ਦਿਲ ਆ ਉਹ ਕੀ ਆ? ਉਹ ਜਿਹੜਾ ਮਨ ਆ ਉਹ ਕੀ ਆ? ਉਹ ਤਾਂ ਲੱਖਾਂ ਵਾਰ ਭੱਜਦਾ ਰਿਹਾ ਹੈ, ਉਹ ਤਾਂ ਲੱਖਾਂ ਵਾਰ ਭੱਜਦਾ ਰਿਹਾ ਹੈ। ਹੁਣ ਇਹ ਜਿਹੜੀ ਸ਼ੇਅਰ ਆ, ਇਹ ਗਜ਼ਲ ਦਾ ਇਹ ਜਿਹੜਾ ਸ਼ੇਅਰ ਆ ਆਪਣੇ ਆਪ ਵਿੱਚ ਇਹ ਔਰਤ ਦੀ ਸਥਿਤੀ ਨੂੰ, ਦੁਨੀਆ ਭਰ ਦੀ ਵੈਸੇ ਤਾਂ ਔਰਤ ਦੀ ਸਥਿਤੀ ਨੂੰ, ਪਰ ਪੰਜਾਬ ਦੀ, ਪੰਜਾਬੀ ਔਰਤ ਦੀ, ਅੱਜ ਦੀ ਔਰਤ ਦੀ ਸਥਿਤੀ ਨੂੰ ਇਹ ਬਿਆਨ ਕਰਦਾ ਹੈ। ਤਾਂ ਬਿਆਨ ਕੀ ਕਰਦਾ ਹੈਗਾ ਕਿ ਉਹ ਬਿਆਨ ਇਹ ਕਰਦਾ ਹੈਗਾ ਕਿ ਉਮਰ ਭਰ ਉਸ ਨੂੰ ਉਸ ਘਰ ਵਿੱਚ ਜਿੱਥੇ ਉਹ ਵਿਆਹੀ ਜਾਂਦੀ ਆ, ਉਸ ਘਰ ਵਿੱਚ ਜਿੱਥੇ ਉਹ ਪਰਨਾਈ ਜਾਂਦੀ ਆ, ਆਪਣੇ ਘਰ ਵਾਲੇ ਦੇ ਘਰ ਉਹਨੂੰ ਰਹਿਣਾ ਪੈਂਦਾ। ਅਤੇ ਉਹ ਜਿਹੜਾ ਰਹਿਣਾ ਪੈਂਦਾ ਉਹਦੇ ਵਿੱਚ ਕੀ ਹੈ ਕਿ ਮੈਂ ਸਰਦਲ ਦੇ ਕੋਲੇ ਬੁੱਤ ਬਣ ਕੇ। ਸਰਦਲ ਕੀ ਆ ਕਿ ਦਰਵਾਜ਼ਾ, ਦੇਹਲੀ, ਬੂਹਾ, ਘਰ ਦੇ ਬੂਹੇ ਦੇ ਅੰਦਰ ਜਾਂ ਉਹਦੇ ਉੱਪਰ ਖੜਾ ਕੀ ਰਹਿਣਾ ਪੈਂਦਾ? ਬੁੱਤ ਬਣ ਕੇ। ਬੁੱਤ ਆ ਜਿਹੜਾ ਉਹ ਬੋਲਦਾ ਨਹੀਂ, ਬੁੱਤ ਆ ਜਿਹੜਾ ਉਹ ਕੀ ਆ? ਉਹਦੇ ਵਿੱਚ ਰੂਹ ਨਹੀਂ ਹੁੰਦੀ। ਬੁੱਤ ਕੀ ਆ? ਉਹ ਸਿਰਫ ਜਿਸਮ ਆ। ਬੁੱਤ ਕੀ ਆ ਕਿ ਜਿਹਦੇ ਵਿੱਚ ਜ਼ਿੰਦਗੀ ਨਹੀਂ ਆ, ਜ਼ਿੰਦਗੀ ਦੀ ਉਤਰਾ ਚੜ੍ਹਾਅ ਨਹੀਂ ਆ, ਭਾਵ ਨਹੀਂ ਆ, ਸੋਚਦਾ ਨਹੀਂ ਆ, ਉਹ ਮਹਿਸੂਸ ਦਾ ਨਹੀਂ ਆ, ਉਹ ਬੁੱਤ ਆ। ਅਤੇ ਰਿਹਾ ਕੀ ਕਿ ਸਰਦਲ ਦੇ ਕੋਲੇ ਬੁੱਤ ਬਣ ਕੇ। ਦੁਬਾਰਾ ਇਸ ਸ਼ੇਅਰ ਨੂੰ ਆਪਾਂ ਫਿਰ ਦੇਖਦੇ ਹਾਂ ਕਿ ਤੁਸੀਂ ਜਰਾ ਇਸ ਸ਼ੇਅਰ ਦੀ ਗਹਿਰਾਈ ਦੇਖੋ ਕਿ ਔਰਤ ਨੂੰ ਕੀ ਹੰਢਾਉਣਾ ਪੈਂਦਾ। ਇਹ ਗੱਲ ਮੈਂ ਇਸ ਕਰਕੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਮੇਰੇ ਵਿਦਿਆਰਥੀਆਂ ਨੇ ਇਹ ਗੱਲ ਵਾਰ-ਵਾਰ ਪੁੱਛੀ ਕਿ ਕੀ ਕਾਰਨ ਹੈਗਾ ਕਿ ਜਿਹੜੀ ਔਰਤ ਆ ਉਹ ਸਦੀਆਂ ਤੋਂ ਦਬਾਈ ਹੋਈ ਆ, ਜਾਂ ਉਹਦੇ 'ਤੇ ਜ਼ੁਲਮ ਹੁੰਦਾ, ਜਾਂ ਉਸ ਦੇ ਮਨ ਦੀਆਂ ਮੰਗਾਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਅਤੇ ਅੱਜ ਵੀ ਕੀ ਸਥਿਤੀ ਉਹੀ ਆ। ਮੈਂ ਵੈਸੇ ਵੀ ਬਹੁਤ ਵਾਰੀ ਇਹ ਗੱਲ ਕਹਿੰਦਾ ਕਿ ਇਹ ਸਥਿਤੀ ਸ਼ਾਇਦ ਪਹਿਲਾਂ ਵਰਗੀ ਤਾਂ ਨਹੀਂ ਕਿ ਜਦੋਂ ਉਹਨੂੰ ਪਰਦਾ ਕਰਨਾ ਪੈਂਦਾ ਸੀ, ਜਦੋਂ ਉਹਦੇ 'ਤੇ ਬਹੁਤ ਸਾਰੀਆਂ ਪਾਬੰਦੀਆਂ ਸੀ, ਪਰ ਆਪਾਂ ਜੇ ਇਹ ਕਹੀਏ ਕਿ ਹੁਣ ਕੋਈ ਪਾਬੰਦੀ ਨਹੀਂ, ਹੁਣ ਔਰਤ ਆਜ਼ਾਦ ਆ, ਜਾਂ ਔਰਤ ਹੁਣ ਆਪਣੀ ਮਰਜ਼ੀ ਕਰ ਸਕਦੀ ਆ, ਤਾਂ ਸ਼ਾਇਦ ਇਹ ਵੀ ਪੂਰਨ ਤੌਰ 'ਤੇ ਸੱਚ ਨਹੀਂ ਆ। ਤਾਂ ਇਹ ਜਿਹੜਾ ਸ਼ੇਅਰ ਆ, ਇਸ ਨੂੰ ਜਦੋਂ ਅਸੀਂ ਧਿਆਨ ਨਾਲ ਪੜ੍ਹੀਏ ਕਿ ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ, ਸਿਰਫ ਮੈਂ ਹੀ ਰਹੀ ਹਾਂ। ਇੱਥੋਂ ਇੱਕ ਇਸ਼ਾਰਾ ਮਿਲਦਾ ਕਿ ਸਿਰਫ ਮੈਂ ਹੀ ਰਹੀ ਹਾਂ। ਇਹਦਾ ਮਤਲਬ ਇਹ ਕਿ ਘੱਟੋ ਘੱਟ ਉਹਦਾ ਪਤੀ ਜਾਂ ਘਰ ਦੇ ਜਿਹੜੇ ਹੋਰ ਜੀਅ ਆ ਉਹ ਨਹੀਂ, ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ। ਸਰਦਲ ਦੇ ਲਾਗੇ ਬੁੱਤ ਬਣ ਕੇ, ਜਿਹੜਾ ਸਰਦਲ ਹੈ ਇਹਦੀ ਵੀ ਆਪਾਂ ਥੋੜ੍ਹੀ ਜਿਹੀ ਅੱਗੇ ਜਾ ਕੇ ਵਿਆਖਿਆ ਕਰਾਂਗੇ। ਸਰਦਲ ਦੇ ਲਾਗੇ ਬੁੱਤ ਬਣ ਕੇ ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦੇ ਦੇਖਿਆ, ਲੱਖਾਂ ਵਾਰ ਭੱਜਦੇ ਦੇਖਿਆ। ਲੱਖਾਂ ਵਾਰ ਦਾ ਮਤਲਬ ਇਹ ਕਿ ਜ਼ਿੰਦਗੀ ਦੇ ਵਿੱਚ ਕੋਈ ਦਿਨ ਵੀ ਇਹੋ ਜਿਹਾ ਨਹੀਂ ਹੋਊਗਾ ਕਿ ਜਿਸ ਦਿਨ ਉਹਨੇ ਇਹ ਨਹੀਂ ਸੋਚਿਆ ਹੋਊਗਾ ਕਿ ਮੈਂ ਕਿੱਥੇ ਫਸ ਗਈ, ਮੇਰੀ ਇਹ ਤਾਂ ਸੁਪਨੇ ਨਹੀਂ ਸੀ, ਮੇਰੀ ਇਹ ਤਾਂ ਜ਼ਿੰਦਗੀ ਨਹੀਂ ਸੀ। ਤਾਂ ਮੈਂ ਲੱਖਾਂ ਵਾਰ ਭੱਜਦੇ ਦੇਖਿਆ। ਅਤੇ ਦਿਲ ਆ ਜਿਹੜਾ ਉਹ ਭੱਜਦਾ, ਅੰਬਰੀ ਡਾਰੀ ਲਾਉਣਾ ਚਾਹੁੰਦਾ, ਆਪਣੇ ਮਨ ਦੀ ਮੌਜ ਮਾਰਨੀ ਚਾਹੁੰਦਾ, ਆਪਣੇ ਅਨੁਸਾਰ ਜੀਵਨ ਜਿਉਣਾ ਚਾਹੁੰਦਾ, ਆਪਣੀਆਂ ਇਛਾਵਾਂ ਦੇ ਅਨੁਸਾਰ ਜ਼ਿੰਦਗੀ ਜਿਉਣੀ ਚਾਹੁੰਦਾ। ਪਰ ਹੈ ਕਿ ਸਰਦਲ ਦੇ ਕੋਲੇ ਬੁੱਤ ਬਣ। ਸਰਦਲ ਆ ਜਿਹੜਾ ਇਹ ਬੜਾ ਮਹੱਤਵਪੂਰਨ ਆ। ਤਾਂ ਇਹ ਇਸ ਦਾ ਜਿਹੜਾ ਹੈਗਾ ਕਿ ਜਿਹੜੀ ਮਰਿਆਦਾ ਹੈ, ਜਿਹੜੀ ਪਰੰਪਰਾ ਹੈ, ਉਹ ਕਹਿੰਦੀ ਆ ਕਿ ਔਰਤ ਆ ਜਿਹੜੀ ਘਰ ਦੀ ਚਾਰ ਦੀਵਾਰੀ ਤੱਕ ਸੀਮਤ ਆ। ਅਤੇ ਇਸ ਦਾ ਜਿਹੜਾ ਜੋੜ ਆ ਉਹ ਜੇ ਅਸੀਂ ਪਿੱਛੇ ਚੱਲ ਜਾਈਏ ਤਾਂ ਉਹ ਕਿਤੇ ਰਮਾਇਣ ਨਾਲ ਚੱਲਿਆ ਜਾਂਦਾ। ਰਮਾਇਣ ਦੀ ਕਥਾ ਦੇ ਵਿੱਚ ਇਹ ਕਿ ਜਦੋਂ ਜੰਗਲ ਦੇ ਵਿੱਚ ਜਾਂਦੇ ਆ ਤਾਂ ਰਾਮ ਆ ਜਿਹੜਾ ਉਹ ਤਾਂ ਕਿਹਦੇ ਪਿੱਛੇ ਦੌੜ ਜਾਂਦਾ? ਰਾਮ ਤਾਂ ਜਿਹੜਾ ਹੈਗਾ ਉਹ ਮਿਰਗ ਪਿੱਛੇ ਦੌੜ ਜਾਂਦਾ, ਸੋਨ ਮਿਰਗ ਪਿੱਛੇ ਦੌੜ ਜਾਂਦਾ। ਸੋਨ ਮਿਰਗ ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਭਗਵਾਨ ਰਾਮ ਸੀਗੇ ਅਤੇ ਉਹਨਾਂ ਨੂੰ ਪਤਾ ਹੀ ਹੋਊਗਾ ਕਿ ਜਿਹੜਾ ਮਿਰਗ ਉਹ ਸੋਨੇ ਦਾ ਨਹੀਂ ਹੁੰਦਾ, ਪਰ ਉੱਥੇ ਜਿਹੜਾ ਪ੍ਰਤੀਕ ਆ ਉਹ ਇੱਛਾਵਾਂ ਦਾ, ਲਾਲਚ ਦਾ, ਧਨ ਦੌਲਤ ਦਾ ਹੈ ਕਿ ਉਹ ਸੋਨੇ ਦੇ ਮਿਰਗ ਪਿੱਛੇ ਭੱਜ ਜਾਂਦਾ। ਪਰ ਜਦੋਂ ਸੋਨੇ ਦੇ ਮਿਰਗ ਪਿੱਛੇ ਭੱਜਦਾ ਤਾਂ ਬਾਅਦ ਦੇ ਵਿੱਚ ਲਛਮਣ ਵੀ ਚਲੇ ਜਾਂਦਾ, ਤਾਂ ਲਛਮਣ ਕਾਰ ਖਿੱਚ ਜਾਂਦਾ ਕਿ ਤੂੰ ਇਸ ਲਛਮਣ ਕਾਰ ਤੋਂ ਬਾਹਰ ਨਹੀਂ ਆਉਣਾ। ਪਰ ਕਿਹਾ ਜਾਂਦਾ ਹੈਗਾ ਕਿ ਸੀਤਾ ਨੇ ਉਸ ਕਾਰ ਨੂੰ ਉਲੰਘਿਆ, ਭਾਵਾਂ ਉਹਨੇ ਇਸ ਗੱਲ 'ਚ ਹੀ ਲੰਘਿਆ ਕਿ ਰਾਵਣ ਆ ਜਿਹੜਾ ਜੋਗੀ ਦਾ ਭੇਸ ਧਾਰ ਕੇ ਆਇਆ ਅਤੇ ਜੋਗੀ ਕਿਤੇ ਸਰਾਪ ਨਾ ਦੇ ਦੇਵੇ, ਅਤੇ ਇਸ ਕਰਕੇ ਉਹਨੇ ਉਸ ਨੂੰ ਭਿੱਖਿਆ ਪਾਉਣ ਲਈ ਲੰਘਿਆ। ਪਰ ਉਲੰਘਣ ਦੀ ਜਿਹੜੀ ਸਜ਼ਾ ਹੈ ਉਹ ਫਿਰ ਬਨਵਾਸ ਮਿਲਦੀ ਆ, ਬਨਵਾਸ 'ਤੇ ਖਤਮ ਹੋ ਜਾਂਦਾ।
ਉਹਨੂੰ ਅਗਵਾ ਕਰ ਲਿਆ ਜਾਂਦਾ, ਉਹ ਤਾਂ ਕੈਦ ਤਾਂ ਖਤਮ ਹੋ ਜਾਂਦੀ ਆ, ਪਰ ਉਸ ਤੋਂ ਬਾਅਦ ਕੀ ਹੈਗਾ ਕਿ ਉਹਨੂੰ ਫਿਰ ਵੀ ਤੁਹਾਨੂੰ ਪਤਾ ਹੀ ਹੈ ਕਿ ਘਰ ਛੱਡਣਾ ਪੈਂਦਾ। ਤਾਂ ਇਹ ਜਿਹੜੀ ਕਥਾ ਹੈਗੀ ਹੈ ਕਿ ਸਰਦਲ ਦੇ ਕੋਲ ਬੁੱਤ ਬਣ ਕੇ, ਤਾਂ ਬੁੱਤ ਹੈ ਜਿਹੜਾ ਆਪਣੇ ਆਪ ਦੇ ਵਿੱਚ ਕਿ ਜਿਹਦੇ ਵਿੱਚ ਕੋਈ ਭਾਵ ਨਹੀਂ ਗੇ, ਜਿਹਦੇ ਵਿੱਚ ਕੋਈ ਵਿਚਾਰ ਨਹੀਂ ਗੇ, ਜਿਹੜਾ ਜਿਸਮ ਆ, ਜਿਹੜਾ ਭੌਤਿਕ ਆ, ਜਿਹੜਾ ਪਦਾਰਥਕ ਆ, ਜਿਹਦੇ ਵਿੱਚ ਵਿਚਾਰ ਨਹੀਂ, ਜਿਹਦੇ ਵਿੱਚ ਭਾਵ ਨਹੀਂ, ਸਰਦਲ ਦੇ ਕੋਲੇ ਬੁੱਤ ਬਣ ਕੇ। ਦਿਲ ਤਾਂ ਭੱਜਦਾ ਰਿਹਾ, ਕਦੋਂ? ਲੱਖਾਂ ਵਾਰ। ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ, ਤੇ ਤੁਹਾਨੂੰ ਪਤਾ ਹੀ ਆ ਕਿ 1 ਲੱਖ ਦੇ ਵਿੱਚ ਕਿੰਨੇ ਦਿਨ ਹੋਣਗੇ, ਕਿੰਨੇ ਸਾਲ ਹੋਣਗੇ। ਤੇ ਇਹਦਾ ਮਤਲਬ ਕੀ ਆ ਕਿ ਲੱਖਾਂ ਵਾਰ ਭੱਜਦਾ ਰਿਹਾ, ਹਰ ਵੇਲੇ ਹੀ ਮਾਣਾ ਜਿਹੜਾ ਰਿਹਾ ਕਿ ਮੈਂ ਇਹ ਫਸ ਗਿਆ। ਅਤੇ ਇਹ ਔਰਤ ਦੀ ਜਿਹੜੀ ਸਥਿਤੀ ਹੈਗੀ ਆ, ਇਸ ਸਥਿਤੀ ਨੂੰ ਇਹ ਸ਼ੇਅਰ ਪ੍ਰਗਟ ਕਰਦਾ। ਤਾਂ ਇਸ ਸ਼ੇਅਰ 'ਤੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਇੱਕ ਗੱਲ ਸਾਡੇ ਮਨ ਦੇ ਵਿੱਚ ਹੋਰ ਵੀ ਆਉਂਦੀ ਆ। ਆਮ ਕਰਕੇ ਕਿਹਾ ਜਾਂਦਾ ਕਿ ਜਿਹੜੀ ਔਰਤ ਦੀ ਸਥਿਤੀ ਉਹਨੂੰ ਔਰਤ ਹੀ ਪੇਸ਼ ਕਰ ਸਕਦੀ ਹੈ, ਪਰ ਜਿਹੜਾ ਇਸ ਸ਼ੇਅਰ ਦਾ ਲੇਖਕ ਆ ਉਹ ਤਾਂ ਆਪਾਂ ਨੂੰ ਪਤਾ ਹੈ ਕਿ ਸੁਰਜੀਤ ਪਾਤਰ ਆ। ਸੁਰਜੀਤ ਪਾਤਰ ਉਸ ਤਰ੍ਹਾਂ ਜੈਵਿਕ ਤੌਰ 'ਤੇ ਤਾਂ ਉਹ ਮਰਦ ਆ, ਮੇਲ ਆ, ਪਰ ਇਸ ਦੇ ਬਾਵਜੂਦ ਉਹਨੇ ਔਰਤ ਨੂੰ ਜ਼ੁਬਾਨ ਦਿੱਤੀ। ਅਤੇ ਇੱਥੋਂ ਇਸ ਸ਼ੇਅਰ ਨੂੰ ਪੜ੍ਹਦਿਆਂ ਸਾਡੇ ਇਹ ਵੀ ਮਨ 'ਚ ਆਉਂਦਾ ਹੈਗਾ ਕਿ ਜ਼ਰੂਰੀ ਨਹੀਂ ਕਿ ਔਰਤ ਦੀ ਭਾਵਨਾ ਨੂੰ ਔਰਤ ਹੀ ਪ੍ਰਗਟ ਕਰੇ, ਮਰਦ ਵੀ ਪ੍ਰਗਟ ਕਰ ਸਕਦਾ ਹੈਗਾ, ਜਾਂ ਮਰਦ ਦੀ ਭਾਵਨਾ ਨੂੰ ਮਰਦ ਹੀ ਪ੍ਰਗਟ ਕਰੇ, ਜ਼ਰੂਰੀ ਨਹੀਂ ਔਰਤ ਵੀ ਪ੍ਰਗਟ ਕਰ ਸਕਦੀ। ਤਾਂ ਇੱਕੋ ਸ਼ੇਅਰ ਦੇ ਨਾਲ ਅਸੀਂ ਅਸਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਵਿਤਾ ਹੈ ਜਿਹੜੀ, ਜਾਂ ਗਜ਼ਲ ਹੈ ਜਿਹੜੀ, ਜਾਂ ਗਜ਼ਲ ਦਾ ਜਿਹੜੇ ਸ਼ੇਅਰ ਨੇ ਉਹ ਕਿਸ ਤਰ੍ਹਾਂ ਬਾਹਰ ਨੂੰ ਪਸਾਰ ਲੈਂਦੇ ਨੇ, ਜਾਂ ਜਿਸ ਤਰ੍ਹਾਂ ਅਸੀਂ ਉਸ ਨੂੰ ਸਮਝ ਸਕਦੇ ਹਾਂ। ਹੁਣ ਇਹ ਕਿ ਜਿਹੜਾ ਇਹ ਸ਼ੇਅਰ ਹੈਗਾ, ਜੇ ਅਸੀਂ ਪਾਤਰ ਦੇ ਬਾਕੀ ਕੁਝ ਸ਼ੇਅਰਾਂ ਦੇ ਨਾਲ ਮੈਂ ਕਿ ਇਹਨੂੰ ਮੇਲ ਕੇ ਵੇਖੀਏ ਤਾਂ ਬਹੁਤ ਜਿਹੜਾ ਪ੍ਰਸਿੱਧ ਸ਼ੇਅਰ ਹੈਗਾ, ਪਹਿਲੀ ਹੀ ਕਿਤਾਬ ਜਿਹੜੀ ਹਵਾ ਵਿੱਚ ਲਿਖੇ ਹਰਫ ਦੇ ਵਿੱਚ ਸੀਗਾ ਕਿ ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ, ਇੱਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ, ਜਿਹੜੀ ਇੱਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ। ਉੱਥੇ ਵੀ ਕੀ ਹੈਗਾ ਕਿ ਜਿਹੜੀ ਔਰਤ ਆ ਉਹਦੀ ਸਥਿਤੀ ਚਾਰ ਦੀਵਾਰੀ ਦੇ ਵਿੱਚ ਬੰਦ ਹੋ ਜਾਣ ਵਾਲੀ ਆ, ਉਹਦੇ ਵਿੱਚ ਵੀ ਉਹਦੀ ਆਜ਼ਾਦੀ ਨਹੀਂ ਗੀ। ਤਾਂ ਇਹ ਸ਼ੇਅਰ ਵੀ ਉਸੇ ਲੜੀ ਦਾ ਹੀ ਇੱਕ ਅੰਗ ਲੱਗਦਾ, ਭਾਵੇਂ ਉਹ ਸ਼ੇਅਰ ਕਿਸੇ ਹੋਰ ਗਜ਼ਲ ਦਾ ਅਤੇ ਇਹ ਹੋਰ ਗਜ਼ਲ ਆ। ਇੱਥੋਂ ਇਹ ਜਾਪਦਾ ਹੈ ਕਿ ਜਿਹੜੇ ਸ਼ੇਅਰ ਆ ਉਹ ਆਪਸ ਵਿੱਚ ਅੰਤਰ ਪਾਠ ਦੇ ਵਿੱਚ ਬੱਝੇ ਹੁੰਦੇ ਆ, ਜਾਂ ਅੰਤਰ ਸੰਵਾਦ ਦੇ ਵਿੱਚ ਬੱਝੇ ਹੁੰਦੇ ਆ। ਕਈ ਵਾਰ ਸ਼ੇਅਰ ਕਿਸੇ ਦਾ ਜਵਾਬ ਹੁੰਦਾ, ਕਈ ਵਾਰ ਕਿਸੇ ਸ਼ੇਅਰ ਦੇ ਵਿੱਚ ਕਿਸੇ ਹੋਰ ਸ਼ੇਅਰ ਦੇ ਵਿਚਾਰ ਵਿੱਚ ਵਾਧਾ ਹੁੰਦਾ, ਕਈ ਵਾਰ ਕੋਈ ਸ਼ੇਅਰ ਹੈ ਜਿਹੜਾ ਕਿਸੇ ਸ਼ੇਅਰ ਦਾ ਸਮਰਥਨ ਹੁੰਦਾ। ਸਾਰਾ ਕੁਝ ਹੀ ਹੋ ਸਕਦਾ, ਵਾਧਾ ਵੀ ਹੋ ਸਕਦਾ, ਸਮਰਥਨ ਵੀ ਹੋ ਸਕਦਾ, ਵਿਰੋਧ ਵੀ ਹੋ ਸਕਦਾ। ਇਉਂ ਕਰਕੇ ਜਿਹੜੀ ਸ਼ਾਇਰੀ ਆ ਉਹਦੇ ਵਿੱਚ ਜਿਹੜੇ ਸ਼ੇਅਰ ਨੇ, ਜਾਂ ਜਿਹੜੇ ਉਹਦੇ ਵਿੱਚ ਵਿਚਾਰ ਨੇ, ਜਿਹੜੇ ਕਾਵਕ ਵਿਚਾਰ ਨੇ, ਉਹ ਇੱਕ ਦੂਸਰੇ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਆ, ਇੱਕ ਦੂਸਰੇ ਦੇ ਨਾਲ ਉਹ ਕਹਿ ਸਕਦੇ ਹਾਂ ਕਿ ਗੁੱਥਮ ਗੁੱਥੇ ਹੁੰਦੇ ਰਹਿੰਦੇ। ਇਹਦੇ 'ਚੋਂ ਹੀ ਅੰਤਰ ਪਾਠ ਪੈਦਾ ਹੁੰਦਾ। ਅਤੇ ਜਦੋਂ ਅਸੀਂ ਹੋਰ ਜਿਹੜੇ ਸਮਕਾਲੀ ਜਿਹੜੇ ਸ਼ਾਇਰ ਨੇ ਉਹਨਾਂ ਨਾਲ ਗੱਲ ਜੋੜਦੇ ਹਾਂ ਤਾਂ ਉਦੋਂ ਹੋਰ ਵੀ ਸਾਨੂੰ ਗੱਲ ਸਪਸ਼ਟ ਹੁੰਦੀ ਹੈ ਕਿ ਜਦੋਂ ਅਸੀਂ ਪਾਸ਼ ਨੂੰ ਪੜ੍ਹਿਆ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਕਵਿਤਾ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਜਾਂ ਕਵਿਤਾ ਤੁਸੀਂ ਸਾਰੇ ਹੀ ਜਾਣਦੇ ਹੈਗੇ ਆ ਕਿ ਇਹ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਊਗਾ, ਉਰੇ ਪਰੇ ਬੰਨਿਆਂ 'ਤੇ ਘਰ ਘਾਹ ਖੋਤੂਗਾ। ਉੱਥੇ ਘਰ ਤੋਂ ਤਾਂ ਬਾਹਰ ਆ, ਪਰ ਜਿਹੜੀ ਉਹਦੀ ਸਥਿਤੀ ਆ ਉਹ ਨਹੀਂ ਬਦਲਦੀ ਕਿ ਜਿਹੋ ਜਿਹੀ ਸਥਿਤੀ ਪਹਿਲਾਂ ਹੈ ਉਹੋ ਜਿਹੀ ਸਥਿਤੀ ਉਹਦੀ ਬਾਅਦ ਦੇ ਵਿੱਚ ਹੈਗੀ ਆ। ਤਾਂ ਬਹੁਤ ਸਾਰੇ ਜਗਤਾਰ ਦੇ ਵੀ ਜਿਹੇ ਸ਼ੇਅਰ ਨੇ ਕਿ ਜਿਹੜੇ ਸਾਨੂੰ ਔਰਤ ਦੀ ਤਰਾਸਦੀ ਬਾਰੇ ਦੱਸਦੇ ਆ। ਤਾਂ ਇਹ ਸਿਰਫ ਕਵਿਤਾ ਦੇ ਹੀ ਅੰਤਰ ਸੰਬੰਧਾਂ ਦੀ ਗੱਲ ਨਹੀਂ ਗੀ, ਸਗੋਂ ਕਵਿਤਾ ਤੋਂ ਵੀ ਅੱਗੇ ਜਦੋਂ ਅਸੀਂ ਜਾਂਦੇ ਹਾਂ ਕਿ ਜਦੋਂ ਅਸੀਂ ਦਲੀਪ ਕੌਰ ਟਵਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਪੜ੍ਹਦੇ ਹਾਂ ਤਾਂ ਉਹਦਾ ਜਿਹੜਾ ਪਹਿਲਾ ਹੀ ਕਾਂਡ ਹੈਗਾ ਉਹ ਇਹ ਹੀ ਕਿ ਜਿਹੜੀ ਮੇਰੀ ਮਾਂ ਹੈ ਉਹ ਬਹੁਤ ਅਮੀਰ ਘਰ ਦੇ ਵਿੱਚ ਰਹਿ ਰਹੀ ਹੈਗੀ ਆ, ਚੁਬਾਰਿਆਂ ਵਾਲਾ ਘਰ ਆ, ਬਲੌਰ ਲਟਕਦੇ ਨੇ, ਤੱਕੜੀਆਂ ਨਾਲ ਸੋਨਾ ਤੋਲਿਆ ਜਾਂਦਾ। ਪਰ ਜਿਹੜੀ ਮਾਂ ਉਹ ਰਹਿੰਦੀ ਕਿਸ ਗੱਲੋਂ ਰਹਿੰਦੀ ਆ ਕਿ ਉਹ ਸੀਖਾਂ ਵਾਲੀ ਡੱਬੀ, ਤੀਲਾਂ ਵਾਲੀ ਡੱਬੀ ਮੰਗਣ ਦੇ ਪੈਸੇ ਲਈ ਵੀ ਉਹ ਤਰਸਦੀ ਆ, ਅਤੇ ਉਹਦੇ ਲਈ ਵੀ ਮੰਗਣ ਦਾ ਉਹਦਾ ਹੌਸਲਾ ਨਹੀਂ ਪੈਂਦਾ। ਤਾਂ ਇਹ ਜਿਹੜੀ ਔਰਤ ਦੀ ਸਥਿਤੀ ਹੈਗੀ ਆ ਉਸ ਨੂੰ ਇਹ ਸ਼ੇਅਰ ਦਰਸਾਉਂਦੇ ਨੇ। ਹੁਣ ਇੱਕ ਹੋਰ ਪ੍ਰਸ਼ਨ ਉੱਠਦਾ ਹੈਗਾ ਕਿ ਸਾਰੇ ਹੀ ਸ਼ਾਇਰ ਨੇ ਜਿਹੜੇ, ਜੇ ਅਸੀਂ ਮੱਧਕਾਲ ਦੇ ਸ਼ਾਇਰਾਂ ਨੂੰ ਛੱਡ ਦਈਏ, ਕਿੱਸਾਕਾਰਾਂ ਨੂੰ ਛੱਡ ਦਈਏ, ਜਾਂ ਨਾਥ ਜੋਗੀਆਂ ਨੂੰ ਛੱਡ ਦਈਏ, ਸਾਡੇ ਨਾਨਕ ਪਾਤਸ਼ਾਹ ਨੇ ਤਾਂ ਔਰਤ ਨੂੰ ਬਹੁਤ ਉੱਪਰ ਉਠਾਇਆ, ਅਤੇ ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਉਹਨਾਂ ਨੂੰ ਜਿਹਨੂੰ ਕਹਿ ਸਕਦੇ ਹਾਂ ਬਰਾਬਰੀ ਦਿੱਤੀ। ਉਹ ਚਾਹੇ ਅੰਮ੍ਰਿਤਪਾਨ ਦੀ ਰਸਮ ਸੀ, ਚਾਹੇ ਮਾਈ ਭਾਗੋ ਆ, ਸਾਡੇ ਕੋਲ ਇੱਕ ਇਤਿਹਾਸ ਹੈਗਾ। ਪਰ ਇਸ ਦੇ ਬਾਵਜੂਦ ਸਾਡੇ ਸਾਹਮਣੇ ਇੱਕ ਸਮੱਸਿਆ ਆਉਂਦੀ ਹੈਗੀ ਹੈ ਕਿ ਜਿਹੜੇ ਆਧੁਨਿਕ ਸ਼ਾਇਰ ਨੇ ਉਹਨਾਂ ਨੇ ਸਭ ਨੇ ਹੀ ਔਰਤ ਦੇ ਹੱਕ ਵਿੱਚ ਆਪੋ ਆਪਣੇ ਢੰਗ ਨਾਲ ਲਿਖਿਆ, ਪਰ ਬਹੁਤ ਵਾਰੀ ਸ਼ਾਇਰ, ਇੱਥੋਂ ਤੱਕ ਕਿ ਸ਼ਾਇਰਾਵਾਂ ਵੀ, ਇੱਥੋਂ ਤੱਕ ਕਿ ਔਰਤ ਕਵੀ ਵੀ
ਇਹ ਗੱਲ ਕਹਿੰਦੇ ਨੇ ਕਿ ਅਸੀਂ ਔਰਤ ਦੇ ਹੱਕ ਵਿੱਚ ਲਿਖ ਰਹੇ ਹਾਂ, ਪਰ ਜ਼ਰੂਰੀ ਨਹੀਂ ਕਿ ਔਰਤ ਦੇ ਹੱਕ ਵਿੱਚ ਲਿਖ ਰਹੇ ਹੁਣ। ਕਈ ਵਾਰ ਉਹ ਮਰਦਾਵੀ ਸੋਚ ਦਾ ਸ਼ਿਕਾਰ ਹੁੰਦੇ। ਮਰਦਾਵੀ ਸੋਚ ਦਾ ਸ਼ਿਕਾਰ ਤਾਂ ਸਾਡੀ ਆਲੋਚਨਾ ਜਿਹੜੀ ਉਹ ਇੱਥੋਂ ਤੱਕ ਹੈਗੀ ਹੈ ਕਿ ਮੈਂ ਸ਼ਾਇਰ ਸ਼ਾਇਰਾਵਾਂ ਕਹਿੰਦਾ, ਜਾਂ ਮੈਂ ਕਹਿੰਦਾ ਕਿ ਔਰਤ ਕਵਿੱਤਰੀ ਜਾਂ ਕਵਿੱਤਰੀ ਕਹਿੰਦਾ। ਅਸੀਂ ਕਵੀ ਨੂੰ ਵੀ ਜਿਹੜਾ ਲਿੰਗ ਦੇ ਵਿੱਚ ਬੰਨ੍ਹ ਲਿਆ ਕਿ ਕਵੀ ਆ ਜਿਹੜਾ ਉਹ ਮੇਲ ਆ, ਅਤੇ ਜਿਹੜਾ ਕਵਿੱਤਰੀ ਆ ਉਹ ਫੀਮੇਲ ਆ। ਅਤੇ ਕਵੀ ਆ ਜਿਹੜਾ ਵੈਸੇ ਤਾਂ ਉਹ ਜੈਂਡਰ ਨਿਊਟਰਲ ਹੈਗਾ, ਉਹ ਜਿਹਨੂੰ ਕਹਿ ਸਕਦੇ ਹਾਂ ਕਿ ਪਾਰ ਲਿੰਗ ਦੇ ਵਿੱਚ ਵਿਚਰਦਾ ਹੈਗਾ। ਉਹ ਚਲੋ ਇੱਕ ਵੱਖਰਾ ਮਸਲਾ ਹੈਗਾ, ਅੱਜ ਆਪਾਂ ਉਸ 'ਤੇ ਗੱਲ ਨਹੀਂ ਕਰਨੀ। ਆਪਾਂ ਜਿਸ 'ਤੇ ਗੱਲ ਕਰ ਰਹੇ ਹੈਗੇ ਹਾਂ ਕਿ ਜਿਹੜਾ ਸਵਾਲ ਵੀ ਵਾਰ-ਵਾਰ ਪੁੱਛਿਆ ਜਾਂਦਾ ਕਿ ਕੀ ਔਰਤ ਦੀ ਸਥਿਤੀ ਇਉਂ ਦੀ ਕਿਉਂ ਆ, ਤਾਂ ਜਿਹੜਾ ਸਾਡਾ ਸਮਾਜ ਪੁਰਾਣਾ ਸਮਾਜ ਸੀਗਾ ਉਹਦੇ ਵਿੱਚ ਔਰਤ ਦੀ ਸਥਿਤੀ ਜਿਹੀ ਨਹੀਂ ਸੀਗੀ। ਤੁਸੀਂ ਵਾਕਈ ਜਾਨਵਰਾਂ ਦੇ ਵਿੱਚ ਇਹ ਸਥਿਤੀ ਨਹੀਂ ਵੇਖਦੇ ਕਿ ਉੱਥੇ ਨਰ ਅਤੇ ਮਾਦੀਨ ਵਿੱਚ ਔਰਤ ਅਤੇ ਮਰਦ ਵਿੱਚ ਜਿਹੜੇ ਉਹ ਜੋੜੇ ਨੇ, ਜਾਨਵਰਾਂ ਦੇ ਜੋੜੇ ਨੇ, ਉਹਨਾਂ ਵਿੱਚ ਕੋਈ ਊਚ ਨੀਚ ਦੀ ਦਰਜਾਬੰਦੀ ਹੋਵੇ ਕਿ ਮੈਂ ਘਰ ਬੈਠਦਾ ਹੈਗਾ, ਤੂੰ ਮੇਰੇ ਲਈ ਕੇ ਜਿਹੜੀ ਹੈਗਾ ਦਾਣੇ ਚੁੱਕ ਕੇ ਲਿਆ ਅਤੇ ਮੈਂ ਬੈਠ ਕੇ ਖਾਊਂਗਾ। ਜੇ ਇਹੀ ਨਹੀਂ ਉੱਥੇ ਕੋਈ ਗੱਲ ਹੁੰਦੀ। ਆਪੋ ਆਪਣੇ ਦਾਣੇ ਚੁਗਣੇ ਆ ਅਤੇ ਆਪੋ ਆਪਣਾ ਚੋਗ ਖਾਣਾ ਹੈ, ਆਪੋ ਆਪਣਾ ਸ਼ਿਕਾਰ ਮਾਰਨਾ ਅਤੇ ਆਪੋ ਆਪਣਾ ਖਾਣਾ ਹੈ, ਕੋਈ ਕਿਸੇ ਲਈ ਨਹੀਂ ਕਰਦਾ ਗਾ। ਪਰ ਜਿਹੜਾ ਮਨੁੱਖੀ ਸਮਾਜ ਆ ਉਹਦੇ ਵਿੱਚ ਜਦੋਂ ਸ਼ੋਸ਼ਣ ਹੋਇਆ ਤਾਂ ਸ਼ੋਸ਼ਣ ਆ ਜਿਹੜਾ ਕਿਹਦਾ ਕੀਤਾ ਜਾ ਸਕਦਾ, ਕਮਜ਼ੋਰ ਧਿਰ ਦਾ ਕੀਤਾ ਜਾ ਸਕਦਾ। ਅਤੇ ਕਮਜ਼ੋਰ ਧਿਰ ਦੇ ਵਿੱਚੋਂ ਕੀ ਹੈਗੀ ਆ, ਔਰਤ ਆ ਜਿਹੜੀ ਕਮਜ਼ੋਰ ਧਿਰ ਹੈਗੀ ਆ। ਅਤੇ ਔਰਤ ਦੀ ਜਿਹੜੀ ਕਮਜ਼ੋਰ ਧਿਰ ਹੈਗੀ ਆ ਉਹਦਾ ਸ਼ੋਸ਼ਣ ਹੋਣਾ ਸ਼ੁਰੂ ਹੋਇਆ, ਉਹਨੂੰ ਦਬਾਏ ਜਾਣਾ ਸ਼ੁਰੂ ਹੋਇਆ। ਅਤੇ ਉਹ ਜਿਹੜਾ ਦਬਾਏ ਜਾਣਾ ਸ਼ੁਰੂ ਹੋਇਆ ਉਹਦੇ ਵਿੱਚ ਵੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਵਾਪਰਦੀ ਆ, ਉਹ ਵਾਪਰਦੀ ਹੈਗੀ ਆ ਕਿ ਔਰਤ ਆ ਜਿਹੜੀ ਉਸ ਨੂੰ ਜਿਹਨੂੰ ਕਹਿ ਸਕਦੇ ਹਾਂ ਕਿ ਜਾਨਵਰਾਂ ਦੇ ਵਿੱਚ ਜਿਹੜੀ ਲਿੰਗਕ ਬਰਾਬਰੀ ਉਹ ਇਸ ਪੱਧਰ ਦੀ ਆ ਕਿ ਕੋਈ ਵੀ ਜਿਹੜਾ ਨਰ ਮਾਦਾ ਮਦੀਨ, ਨਰ ਅਤੇ ਮਦੀਨ ਹੈ ਜਿਹੜੇ ਉਹ ਆਪਸ ਵਿੱਚ ਦੀ ਮੇਲ ਕਰਦੇ ਆ ਅਤੇ ਬੱਚੇ ਪੈਦਾ ਹੋ ਜਾਂਦੇ ਆ। ਬੱਚਿਆਂ ਨੂੰ ਸਾਂਝੇ ਤੌਰ 'ਤੇ ਪਾਲਦੇ ਨੇ, ਜੇ ਨਾ ਵੀ ਸਾਂਝੇ ਤੌਰ 'ਤੇ ਪਾਲਣ ਤਾਂ ਮਦੀਨ ਉਹਨਾਂ ਨੂੰ ਪਾਲਦੀ ਹੈ ਅਤੇ ਬਾਅਦ ਦੇ ਵਿੱਚ ਉਹ ਬੱਚੇ ਅਡਾਰ ਹੋ ਜਾਂਦੇ ਆ। ਪਰ ਜਿਹੜਾ ਕਿਸ ਨਾਲ ਕਿਸੇ ਨੇ ਸੰਗ ਕਰਨਾ, ਇਹ ਔਰਤ ਦੇ ਵਿੱਚ ਜਿਹੜਾ ਮਰਦ ਆ ਉਹਨੂੰ ਇਹ ਲੱਗਿਆ ਕਿ ਔਰਤ ਨੂੰ ਤਾਂ ਪਤਾ ਹੈ ਕਿ ਇਹ ਬੱਚਾ ਜਿਹੜਾ ਹੈ ਮੇਰੇ ਪੇਟੋਂ ਪੈਦਾ ਹੋਇਆ ਹੈ, ਮੇਰਾ ਬੱਚਾ ਹੈਗਾ, ਅਤੇ ਉਹਨੇ ਉਸ ਨੂੰ ਪਾਲਣਾ ਹੈ, ਮੇਰਾ ਬੱਚਾ। ਉਹਨੂੰ ਪਤਾ ਹੈ ਕਿ ਉਹਦੇ ਪੇਟੋਂ ਪੈਦਾ ਹੋਇਆ। ਪਰ ਜਿਹੜੀ ਮਰਦ ਆ ਉਹਨੂੰ ਨਹੀਂ ਪਤਾ ਕਿ ਇਹ ਬੱਚਾ ਕਿਹਦਾ ਹੈਗਾ ਜਿਹੜਾ ਇਸ ਔਰਤ ਦੇ ਪੇਟੋਂ ਪੈਦਾ ਹੋਇਆ। ਜੇ ਔਰਤ ਕਿਸੇ ਹੋਰ ਬੰਦੇ ਨੂੰ ਵੀ ਮਿਲੂਗੀ, ਹੋਰ ਨਰ ਨੂੰ ਵੀ ਮਿਲੂਗੀ, ਹੋਰ ਵਿਅਕਤੀ ਨੂੰ ਵੀ ਮਿਲੂਗੀ। ਇਸ ਲਈ ਜ਼ਰੂਰੀ ਹੈ ਸਮਝਿਆ ਉਹਨੇ ਕਿ ਜੇ ਮੈਂ ਆਪਣੇ ਬੱਚੇ ਦੇ ਬਾਰੇ ਸ਼ਿਓਰ ਹੋਣਾ ਕਿ ਮੇਰਾ ਹੀ ਬੱਚਾ ਹੈਗਾ, ਮੈਂ ਇਸ ਬਾਰੇ ਵਿਸ਼ਵਾਸੀ ਹੋਣਾ ਕਿ ਮੇਰਾ ਹੀ ਬੱਚਾ, ਤਾਂ ਉਸ ਨੂੰ ਕੈਦ ਕਰਕੇ ਰੱਖਿਆ ਜਾਵੇ। ਕਿਤੇ ਉੱਥੋਂ ਹੀ ਵਿਆਹ ਸੰਸਥਾ ਸ਼ੁਰੂ ਹੋਈ ਆ, ਉੱਥੋਂ ਹੀ ਇਹ ਕੈਦ ਦੀ ਕਹਾਣੀ ਸ਼ੁਰੂ ਹੁੰਦੀ ਆ। ਅਤੇ ਇਹ ਜਿਹੜੀ ਕੈਦ ਦੀ ਕਹਾਣੀ ਆ ਇਹ ਆ ਕੇ ਟੁੱਟਦੀ ਹੈਗੀ ਆ। ਕਦੋਂ ਆ ਕੇ ਟੁੱਟਦੀ ਹੈ? ਇਹ ਟੁੱਟਦੀ ਹੈਗੀ ਆਧੁਨਿਕ ਯੁੱਗ ਵਿੱਚ। ਅਤੇ ਆਧੁਨਿਕ ਯੁੱਗ ਵਿੱਚ ਕਦੋਂ ਟੁੱਟਦੀ ਹੈਗੀ ਕਿ ਜਦੋਂ ਔਰਤ ਸਮਾਜਿਕ ਜਿਹੜੇ ਕੰਮਕਾਰ ਨੇ ਉਹਦੇ ਵਿੱਚ ਹਿੱਸਾ ਪਾਉਣਾ ਸ਼ੁਰੂ ਕਰਦੀ ਹੈ। ਅਤੇ ਸਮਾਜਿਕ ਕੰਮਕਾਰਾਂ ਦੇ ਵਿੱਚ ਹਿੱਸਾ ਪਾਉਣਾ ਕਦੋਂ ਸਮਰੱਥਾ ਉਹਦੀ ਕਦੋਂ ਬਣੀ ਕਿ ਜਦੋਂ ਜਿਹੜਾ ਕਿਸੇ ਕੰਮ ਲਈ ਜਿਹੜਾ ਕਰਨ ਲਈ ਲੱਗਣ ਵਾਲਾ ਜਿਹੜਾ ਜ਼ੋਰ ਸ਼ਕਤੀ ਆ ਉਹ ਔਰਤ ਦੀ ਘੱਟੋ ਘੱਟ ਸ਼ਕਤੀ ਤੋਂ ਵੀ ਘੱਟ ਸ਼ਕਤੀ ਰਹੇਗੀ। ਤਾਂ ਉਸ ਸੰਬੰਧੀ ਫਿਰ ਔਰਤ ਵੀ ਜਿਹੜੀ ਉਹ ਵੱਡੀ ਪੱਧਰ 'ਤੇ ਸਮਾਜਿਕ ਕਾਰਜਾਂ ਵਿੱਚ ਆਉਣ ਲੱਗੀ, ਕਮਾਉਣ ਲੱਗੀ ਅਤੇ ਆਪਣੇ ਪੈਰਾਂ 'ਤੇ ਆਰਥਿਕ ਤੌਰ 'ਤੇ ਸੁਤੰਤਰ ਹੋ ਕੇ ਖੜ੍ਹਨ ਲੱਗੀ। ਤਾਂ ਉਹਦੇ ਨਾਲ ਫਿਰ ਉਹਦੇ ਮਨ ਵਿੱਚ ਇਹ ਆਇਆ ਕਿ ਮੈਂ ਆਪਣੇ ਢੰਗ ਨਾਲ ਖਾਵਾਂ, ਆਪਣੇ ਢੰਗ ਨਾਲ ਮੈਂ ਘੁੰਮਾਂ ਫਿਰਾਂ, ਆਜ਼ਾਦੀ ਮਾਣਾਂ। ਅਤੇ ਉਹਦੇ ਵਿੱਚੋਂ ਜਿਹੜਾ ਘਰ ਆ ਉਹਨੂੰ ਬੰਧਨ ਦਿਖਾਈ ਦੇ ਰਿਹਾ। ਅਤੇ ਉਹ ਬੰਧਨ ਜਿਹੜਾ ਹੈਗਾ ਜਦੋਂ ਤਾਂ ਬਰਾਬਰੀ 'ਤੇ ਬੰਧਨ ਪੈਂਦਾ ਕਿ ਦੋਵਾਂ ਨੂੰ ਇੱਕ ਦੂਸਰੇ ਨਾਲ ਮੁਹੱਬਤ ਆ, ਇੱਕ ਦੂਸਰੇ ਨਾਲ ਸਮਾਨਤਾ ਹੈ, ਇੱਕ ਦੂਸਰੇ ਨਾਲ ਨੇੜਤਾ ਹੈ, ਤਾਂ ਉਦੋਂ ਤਾਂ ਉਹ ਜਿਹੜਾ ਉਹਨਾਂ ਦਾ ਰਿਸ਼ਤਾ ਹੈ ਉਹ ਸਾਵਾਂ ਰਹਿੰਦਾ ਹੈ। ਅਤੇ ਜਦੋਂ ਉਸ ਰਿਸ਼ਤੇ ਦੇ ਵਿੱਚ ਇੱਕ ਧਿਰ ਜਿਹੜੀ ਉਹ ਦੂਸਰੇ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਉੱਥੇ ਤਰੇੜ ਪੈਂਦੀ ਹੈ। ਅਤੇ ਆਧੁਨਿਕ ਯੁੱਗ ਦੇ ਵਿੱਚ ਜਿਹੜੇ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਵੀ ਇਹ ਬਣ ਰਿਹਾ। ਔਰਤ ਦੀ ਵੇਦਨਾ ਨੂੰ ਨਹੀਂ ਸਮਝਿਆ ਜਾ ਰਿਹਾ, ਜਿਹੜੀ ਵੇਦਨਾ ਇਸ ਸ਼ੇਅਰ ਵਿੱਚ ਦਰਜ ਹੈਗੀ ਆ। ਅਤੇ ਸ਼ੇਅਰ ਵਿੱਚ ਕੀ ਦਰਜ ਹੈਗੀ ਆ, ਇੱਕ ਵਾਰ ਆਪਾਂ ਉਹ ਸ਼ੇਅਰ ਫਿਰ ਪੜ੍ਹਦੇ ਹੈਗੇ ਆ। ਤਾਂ ਉਹ ਸ਼ੇਅਰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਔਰਤ ਕੀ ਕਹਿੰਦੀ ਹੈਗੀ ਆ, ਸਿਰਫ ਮੈਂ ਹੀ ਰਹੀ ਹਾਂ, ਭਾਵ ਤੂੰ ਨਹੀਂ ਰਿਹਾ, ਉਮਰ ਭਰ ਸਰਦਲ ਦੇ ਲਾਗੇ ਪੁੱਤ ਬਣ ਕੇ। ਸਰਦਲ ਕਿ ਇਸ ਤੋਂ ਬਾਹਰ ਨਹੀਂ ਜਾਣਾ, ਉਹਦੇ ਲਈ ਲਕਸ਼ਮਣਕਾਰ, ਉਹਦੇ ਲਈ ਰਾਮਕਾਰ, ਉਹਦੇ ਲਈ ਪਰੰਪਰਾ ਦੀ ਬੇੜੀ। ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ। ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦੇ ਦੇਖਿਆ, ਲੱਖਾਂ ਵਾਰ ਭੱਜਦੇ ਦੇਖਿਆ।
ਤਾਂ ਕਈ ਵਾਰ ਇਹ ਵੀ ਹੋ ਸਕਦਾ ਕਿ ਇਹ ਜਿਹੜਾ ਸ਼ੇਅਰ ਆ ਇਹ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਇਹ ਵਿਆਹ ਸੰਸਥਾ ਜਾਂ ਘਰ ਸੰਸਥਾ ਜਾਂ ਸਾਡੇ ਪਰੰਪਰਕ ਜਿਹੜੀਆਂ ਸੰਸਥਾਵਾਂ ਹੈ, ਉਹਨੂੰ ਤੋੜਨ ਵਾਲਾ ਹੈਗਾ। ਅਸਲ ਵਿੱਚ ਇਹ ਸ਼ੇਅਰ ਔਰਤ ਦੀ ਸਥਿਤੀ ਨੂੰ ਪ੍ਰਗਟ ਕਰਨ ਵਾਲਾ ਹੈ, ਨਾ ਕਿ ਕੁਝ ਤੋੜਨ ਵਾਲਾ ਹੈ। ਇਹ ਔਰਤ ਦੇ ਪ੍ਰਤੀ ਸੰਵੇਦਨਾ ਜਗਾਉਂਦਾ ਹੈ ਕਿ ਔਰਤ ਨੂੰ ਵੀ ਉਹ ਸਾਰੇ ਇਨਸਾਨੀ ਹੱਕ ਹੋਣੇ ਚਾਹੀਦੇ ਆ ਜਿਹੜੇ ਹੱਕ ਮਰਦ ਨੂੰ ਆ। ਬੁਨਿਆਦੀ ਤੌਰ 'ਤੇ ਇਹ ਸ਼ੇਅਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਹੁਣ ਇੱਕ ਗੱਲ ਮੈਂ ਲਾਸਟ 'ਤੇ ਇਹ ਵੀ ਕਹਿਣੀ ਚਾਹੁੰਦਾ ਕਿ ਤੁਸੀਂ ਕਹਿੰਦੇ ਹੋਵੋਗੇ ਕਿ ਇੱਕ ਸ਼ੇਅਰ ਆ, ਉਸ ਸ਼ੇਅਰ ਦੇ ਆਲੇ ਦੁਆਲੇ ਅਸੀਂ ਇੰਨੀਆਂ ਗੱਲਾਂ ਕਰ ਲਈਆਂ, ਕੀ ਇਹ ਗੱਲਾਂ ਕਰਨੀਆਂ ਵਾਜਬ ਆ? ਕੀ ਇਹ ਸ਼ੇਅਰ ਹੀ ਕਾਫੀ ਨਹੀਂ? ਤਾਂ ਜਿੱਥੋਂ ਤੱਕ ਤੇ ਹੈ ਕਿ ਜਿਹਨੂੰ ਸ਼ੇਅਰ ਸਮਝ ਆ ਜੇ, ਜਿਹਨੇ ਸ਼ੇਅਰ ਅੰਦਰ ਰਚਾ ਲਿਆ, ਸੱਚਮੁੱਚ ਉਹਦੇ ਲਈ ਇਹ ਸ਼ੇਅਰ ਹੀ ਕਾਫੀ ਹੈ, ਸਾਰੀ ਵਿਆਖਿਆ ਦੀ ਜ਼ਰੂਰਤ ਨਹੀਂ। ਪਰ ਵਿਦਿਆਰਥੀਆਂ ਲਈ ਜਾਂ ਇਸ ਸ਼ੇਅਰ ਨੂੰ ਸਮਝਣ ਲਈ ਜਾਂ ਇਸ ਸ਼ੇਅਰ ਬਹਾਨੇ ਹੋਰ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਲਈ ਇਸ ਕਿਸਮ ਦੀ ਵਿਆਖਿਆ ਜਾਂ ਇਸ ਕਿਸਮ ਦਾ ਜਿਹੜਾ ਗਿਆਨ ਆ ਉਹ ਸਿਰਜਿਆ ਜਾਂਦਾ ਜਾਂ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਉਹਦੇ ਨਾਲ ਅਸੀਂ ਕਿਸੇ ਸਮਾਜ ਦੀ ਸਥਿਤੀ ਵੀ ਸਮਝ ਸਕਦੇ ਹਾਂ, ਸ਼ਾਇਰ ਦੀ ਵਿਸ਼ੇ ਪ੍ਰਤੀ ਦ੍ਰਿਸ਼ਟੀਕੋਣ ਨੂੰ ਵੀ ਸਮਝਦੇ ਹਾਂ, ਉਸ ਦੀ ਵਿਚਾਰਧਾਰਾ ਨੂੰ ਵੀ ਜਾਣਦੇ ਹਾਂ। ਤਾਂ ਇੱਕ ਸ਼ੇਅਰ ਦੇ ਆਲੇ ਦੁਆਲੇ ਆਪਾਂ ਇੰਨੀ ਪਰਿਕਰਮਾ ਕੀਤੀ, ਹਾਲਾਂਕਿ ਇਸ ਸ਼ੇਅਰ ਦੇ ਆਪਾਂ ਵਿਚਾਰਾਂ ਬਾਰੇ ਹੀ ਆਲੇ ਦੁਆਲੇ ਗੱਲਬਾਤ ਕੀਤੀ, ਜਦੋਂ ਕਿ ਉਹਦੇ ਵਿੱਚ ਜਿਹੜੇ ਉਹਦੇ ਸ਼ਬਦ ਵਰਤੇ ਨੇ, ਉਹ ਚਾਹੇ ਸਰਦਲ ਹੋਵੇ, ਚਾਹੇ ਬੁੱਤ ਹੋਵੇ, ਚਾਹੇ ਦਿਲ ਹੋਵੇ, ਉਹ ਜਿਹੜਾ ਉਹ ਸਾਰੇ ਦੇ ਇੱਕ ਇੱਕ ਜਿਹੜੇ ਅਰਥ ਨੇ ਉਹ ਬਹੁਤ ਸਾਰੀਆਂ ਹੋਰ ਅਰਥ ਲੜੀਆਂ ਨਾਲ ਬੱਝੇ ਹੋਏ ਆ। ਉਹਨਾਂ ਬਾਰੇ ਆਪਾਂ ਗੱਲ ਫੇਰ ਕਿਸੇ ਹੋਰ ਲੈਕਚਰ ਵਿੱਚ ਕਰਾਂਗੇ। ਅੱਜ ਲਈ ਇੰਨੀਆਂ ਹੀ ਗੱਲਾਂ। ਅਤੇ ਤੁਸੀਂ, ਮੈਂ ਸਮਝਦਾ ਕਿ ਇਸ ਸ਼ੇਅਰ ਨੂੰ ਅਤੇ ਅਜਿਹੇ ਹੋਰ ਸ਼ੇਅਰਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਅਤੇ ਉਹਨਾਂ ਸ਼ੇਅਰਾਂ ਨੂੰ ਮੁੜ ਕੇ ਜ਼ਿੰਦਗੀ ਨਾਲ ਜੋੜ ਕੇ ਸਮਝੋਗੇ ਅਤੇ ਮੁੜ ਉਹ ਸੰਵੇਦਨਾ, ਉਹ ਵਿਚਾਰ ਆਪਣੇ ਅੰਦਰ ਉਤਾਰੋਗੇ ਜਿਨ੍ਹਾਂ ਵੱਲ ਸ਼ਾਇਰ ਨੇ ਇਸ਼ਾਰਾ ਕੀਤਾ ਹੈ। ਅਤੇ ਮਨੁੱਖਤਾ ਦੀ ਜਿਹੜਾ ਅੱਧ ਆ, ਔਰਤ ਆ, ਉਹਦੇ ਪ੍ਰਤੀ ਤੁਸੀਂ ਇਨਸਾਫ ਕਰੋਗੇ। ਇਹਨਾਂ ਗੱਲਾਂ ਨਾਲ ਅੱਜ ਦਾ ਲੈਕਚਰ ਆਪਾਂ ਮੁਕੰਮਲ ਕਰਦੇ ਹਾਂ। ਤੁਸੀਂ ਪਿਛਲੇ ਲੈਕਚਰ ਦੇ ਵਿੱਚ ਬਹੁਤ ਸਾਰੇ ਸਵਾਲ ਪੁੱਛੇ ਜਾਂ ਪ੍ਰਸ਼ਨ ਪੁੱਛੇ, ਤੁਹਾਡੀ ਬੜੀ ਮਿਹਰਬਾਨੀ। ਅੱਗੇ ਤੋਂ ਵੀ ਇਸੇ ਤਰ੍ਹਾਂ ਸਵਾਲ ਜ਼ਰੂਰ ਪੁੱਛੋ, ਤਾਂ ਹੀ ਆਪਾਂ ਅੱਗੇ ਗੱਲ ਤੋਰ ਸਕਦੇ ਹਾਂ, ਸੰਵਾਦ ਤੋਰ ਸਕਦੇ ਹਾਂ। ਸ਼ੁਕਰੀਆ।